सियासत, वपार, खेडां ते फिल्म जगत दे नाल देश दुनिया की हर वड्डी खबर दे लई हुणे डाउनलोड करो देश की नंबर 1 न्यूज़ ऐप दैनिक सवेरा टाइम्स। ਅੱਜ ਅਸੀਂ ਬੱਸ ਸਟੈਂਡ ਗਏ, ਕੰਡਕਟਰਸ ਨੂੰ ਦੇਖਿਆ, ਕੰਡਕਟਰਸ ਬਿਨਾਂ ਹੀ ਟੈਂਪਰੇਚਰ ਚੈੱਕ ਕੀਤੇ ਟਿਕਟਾਂ ਦੇ ਰਹੇ ਨੇ ਜਾਂ ਫਿਰ ਬਿਨਾਂ ਮਾਸਕ ਤੋਂ ਲੋਕਾਂ ਨੂੰ ਟਿਕਟਾਂ ਜਿਹੜੇ ਕੰਡਕਟਰਸ ਜਿਹੜੇ ਨੇ ਉੱਥੇ ਬੈਠ ਕੇ ਕਾਊਂਟਰਸ ਦੇ ਉੱਤੇ ਬੈਠ ਕੇ, ਇਹ ਨਹੀਂ ਕਿ ਸਾਈਡ ਤੇ ਖੜੇ ਹੋ ਕੇ ਕਾਊਂਟਰਸ ਉੱਤੇ ਬੈਠ ਕੇ ਬਿਨਾਂ ਮਾਸਕ ਤੋਂ ਟਿਕਟਾਂ ਦੇ ਰਹੇ ਨੇ। ਇਸ ਦੇ ਉੱਤੇ ਹੁਣ ਤੁਹਾਡੇ ਵੱਲੋਂ ਕੀ ਐਕਸ਼ਨ ਕੀਤਾ ਜਾਏਗਾ? ਸਾਡੇ ਵੱਲੋਂ ਇਹ ਕਲੀਅਰ ਹਦਾਇਤਾਂ ਨੇ ਕਨੈਕਟਰ ਸਟਾਫ ਨੂੰ ਵੀ, ਸਾਡੇ ਸਾਰੇ ਬਾਕੀ ਚੈਕਿੰਗ ਸਟਾਫ ਨੂੰ ਵੀ ਮੂੰਹ 'ਤੇ ਅਗਰ ਮਾਸਕ ਨਹੀਂ ਪਾਇਆ ਤਾਂ ਉਸ ਸਵਾਰੀ ਨੂੰ ਨਹੀਂ ਚੜ੍ਹਾਇਆ ਜਾਊਗਾ, ਨਾ ਹੀ ਉਸ ਨੂੰ ਟਿਕਟ ਦਿੱਤੀ ਜਾਊਗੀ। ਸਾਫ਼ ਦਿਖੀ ਹੈ ਕਿ ਜਿਹੜੇ ਕੰਡਕਟਰਸ ਉੱਥੇ ਸਨ ਉਹ ਬਿਨਾਂ ਮਾਸਕ ਤੋਂ ਇੱਕ ਲੇਡੀ ਉਹਨੂੰ ਟਿਕਟ ਦੇ ਦਿੱਤੀ, ਨਾ ਉੱਥੇ ਬੈਠ ਕੇ ਟੈਂਪਰੇਚਰ ਚੈੱਕ ਕਰ ਰਹੇ ਨੇ। ਇੱਕ ਕਾਊਂਟਰ 'ਤੇ ਟੈਂਪਰੇਚਰ ਚੈੱਕ ਹੋ ਰਿਹਾ ਸੀ, ਜਦੋਂ ਉਹਨਾਂ ਨਾਲ ਗੱਲ ਦੂਜੇ ਕਾਊਂਟਰ 'ਤੇ ਗੱਲ ਕੀਤੀ ਕਿ ਤੁਸੀਂ ਵੀ ਟਿਕਟਾਂ ਵਿਤਰਿਤ ਕਰ ਰਹੇ ਹੋ, ਤੁਹਾਡੇ ਵੱਲੋਂ ਵੀ ਕਿਉਂ ਨਹੀਂ ਚੈੱਕ ਕੀਤਾ ਜਾ ਰਿਹਾ, ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਸਰਕਾਰ ਨੇ ਸਾਨੂੰ ਇਹ ਚੀਜ਼ਾਂ ਪ੍ਰੋਵਾਈਡ ਨਹੀਂ ਕੀਤੀਆਂ, ਸਾਡੀ ਮੈਨੇਜਮੈਂਟ ਨੇ ਸਾਨੂੰ ਚੀਜ਼ਾਂ ਪ੍ਰੋਵਾਈਡ ਨਹੀਂ ਕੀਤੀਆਂ। ਨਹੀਂ, ਅਸੀਂ ਇਹਦੇ ਵਿੱਚ 4 ਥਰਮਾਮੀਟਰ ਅਸੀਂ ਲੈ ਕੇ ਦਿੱਤੇ ਆ ਜੀ ਇਹਨਾਂ ਨੂੰ, ਜਿਨ੍ਹਾਂ ਨਾਲ ਅਸੀਂ ਸਾਡੀ ਚੈਕਿੰਗ ਚੱਲਦੀ ਪਈ ਆ। ਕੀ ਹੁਣ 4 ਥਰਮਾਮੀਟਰ ਜੇ ਤੁਸੀਂ ਲੈ ਕੇ ਦਿੱਤੇ ਨੇ, ਤੁਹਾਨੂੰ ਕੀ ਲੱਗਦਾ ਉਹ ਸਫੀਸ਼ੀਐਂਟ ਨੇ ਕਿ ਉੱਥੇ ਉਹ ਟਿਕਟਾਂ ਵਿਤਰਿਤ ਕਰਦਿਆਂ ਉੱਥੇ ਟੈਂਪਰੇਚਰ ਚੈੱਕ ਕਰ ਲੈਣਗੇ? ਪੰਜਾਬ ਸਰਕਾਰ ਵੱਲੋਂ ਬੱਸਾਂ ਦੇ ਵਿੱਚ ਜਿੰਨੀ ਵੀ ਮਿੱਥੀ ਹੋਈ ਜਿਹੜੀ ਸੀਟਾਂ ਨੇ ਉਸ ਨੂੰ ਵਧਾ ਕੇ ਹੁਣ ਜਿਹੜੀ ਪੂਰੀਆਂ ਸੀਟਾਂ ਨੇ ਪੰਜਾਬ ਸਰਕਾਰ ਨੇ ਅਲਾਉਂਸ ਦੇ ਦਿੱਤੀ ਕਿ ਬੱਸਾਂ ਦੇ ਵਿੱਚ ਜਿੰਨੀਆਂ ਪੂਰੀਆਂ ਸੀਟਾਂ ਨੇ ਉਨੀਆਂ ਸਵਾਰੀਆਂ ਬਹਿ ਕੇ ਜਾ ਸਕਦੀਆਂ ਨੇ। ਇਸ ਬਾਰੇ 'ਚ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਜਲੰਧਰ ਦੇ ਪਨਬੱਸ ਦੇ ਜਨਰਲ ਮੈਨੇਜਰ ਨਵਰਾਜ ਬਾਤਿਸ਼। ਆਓ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜੀਆਂ ਹਿਦਾਇਤਾਂ ਹੈ, ਕਿਹੜੇ ਨੋਟੀਫਿਕੇਸ਼ਨਸ ਇਸ ਫੈਸਲੇ ਨੂੰ ਲੈ ਕੇ ਇਹਨਾਂ ਤੱਕ ਹਾਲੇ ਤੱਕ ਪਹੁੰਚੇ ਨੇ। ਬਾਦਲ ਸਾਹਿਬ, ਕਿਹੜੇ ਜਿਹੜੇ ਫੈਸਲੇ ਜਿਹੜੇ ਹੁਣ ਕੈਪਟਨ ਸਾਹਿਬ ਨੇ ਵੀ ਇਸ ਚੀਜ਼ ਦੀ ਅਨਾਊਂਸਮੈਂਟ ਕਰ ਦਿੱਤੀ ਹੈ ਕਿ ਬੱਸਾਂ ਜਿਹੜੀਆਂ ਹੈਗੀਆਂ ਨੇ ਉਹ ਪੂਰੀ ਜਿੰਨੀਆਂ ਸਵਾਰੀਆਂ ਦੀ ਬੈਠਣ ਦੀ ਕੈਪੈਸਿਟੀ ਇੱਕ ਬੱਸ 'ਚ ਹੁੰਦੀ ਹੈ ਉਨੀਆਂ ਸਵਾਰੀਆਂ ਬਹਿ ਕੇ ਉਹਦੇ 'ਚ ਜਾ ਸਕਦੀਆਂ ਨੇ। ਇਸ ਬਾਰੇ ਤੁਹਾਨੂੰ ਹਜੇ ਤੱਕ ਕੀ ਨੋਟੀਫਿਕੇਸ਼ਨਸ ਆਏ ਨੇ? ਜੋ ਅੱਜ ਤੱਕ ਸਾਡੇ ਕੋਲ ਨੋਟੀਫਿਕੇਸ਼ਨ 20 ਮਈ ਦਾ ਹੈਗਾ। 20 ਮਈ ਦਾ ਨੋਟੀਫਿਕੇਸ਼ਨ ਇਹੀ ਸੀਗਾ ਵੀ 50% ਲੋਡ ਫੈਕਟਰ ਦੇ ਨਾਲ ਬੱਸਾਂ ਚੱਲਣਗੀਆਂ, ਔਰ ਉਹਦੇ ਵਿੱਚ ਡਿਟੇਲ ਦੇ ਵਿੱਚ ਹੈ ਸਾਨੂੰ ਹਦਾਇਤਾਂ ਆਈਆਂ ਵੀ ਤੁਸੀਂ ਪੁਆਇੰਟ ਟੂ ਪੁਆਇੰਟ ਚਲਾਉਣੀਆਂ ਅਤੇ ਨੌਨ ਸਟਾਪ ਬੱਸਾਂ ਚੱਲਣਗੀਆਂ, ਅਤੇ ਬਾਕੀ ਹੋਰ ਵੀ ਜੋ ਹਦਾਇਤਾਂ ਸੀ ਉਹਦੇ ਮੁਤਾਬਕ ਅਸੀਂ ਚੱਲ ਰਹੇ ਸੀਗੇ। ਹੁਣ CM ਸਾਹਿਬ ਦਾ ਜੋ ਲਾਈਵ 'ਤੇ ਹੋ ਕੇ ਕਿਹਾ, ਪਰ ਹਜੇ ਸਾਡੇ ਕੋਲ ਕੋਈ ਰਿਟਨ ਨੋਟੀਫਿਕੇਸ਼ਨ ਦੇ ਵਿੱਚ ਕਲੀਅਰਿਟੀ ਹੋ ਜਾਊਗੀ ਕਿਸ ਤਰ੍ਹਾਂ ਅਸੀਂ ਚੱਕਣੀਆਂ ਸਵਾਰੀਆਂ, ਰਾਸਤੇ ਵਿੱਚੋਂ ਚੱਕ ਸਕਦੇ ਹਾਂ ਜਾਂ ਅਸੀਂ ਰੂਰਲ ਏਰੀਆ ਦੇ ਵਿੱਚ ਚਲਾ ਸਕਦੇ ਹਾਂ। ਉਹ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਹੀ ਕਲੀਅਰ ਹੋਏਗਾ ਜੀ ਸਾਰਾ। ਜਿਹੜੀਆਂ ਇੱਕ ਤੁਹਾਨੂੰ ਸਰ ਇੱਕ ਸਵਾਲ ਹੈ ਮੇਰਾ ਆਉਂਦਾ ਕਿ ਕਿਹੜੀਆਂ ਐਸੀਆਂ ਹਦਾਇਤਾਂ ਸਨ ਜਿਹੜੀਆਂ ਪਹਿਲਾਂ ਵੀ ਦਿੱਤੀਆਂ ਗਈਆਂ ਸਨ ਜਾਂ ਹੁਣ ਵੀ ਪੰਜਾਬ ਰੋਡਵੇਜ਼ ਜਿਹੜੀ ਹੈਗੀ ਉਸ ਦਾ ਖਿਆਲ ਰੱਖ ਰਹੀ ਹੈ? ਹੁਣ ਅਸੀਂ ਮੇਨ ਤਾਂ ਸਾਡਾ ਇਸ ਤਰ੍ਹਾਂ ਦਾ ਵੀ ਲੋਕਾਂ ਨੂੰ ਜਾਗਰੂਕ ਕਰਨਾ, ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਦੇ ਸੰਬੰਧ ਵਿੱਚ ਵੀ ਅਸੀਂ ਬੱਸ ਸਟੈਂਡ ਦੇ ਵਿੱਚ ਸਾਡਾ ਆਡੀਓ ਸਿਸਟਮ ਚੱਲ ਰਿਹਾ, ਅਤੇ ਉਹਦੇ ਸੰਬੰਧੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਪੋਸਟਰ ਵਗੈਰਾ ਮੈਕਸਿਮਮ ਲਗਾ ਰਹੇ ਹਾਂ, ਫਲੈਕਸ ਵਗੈਰਾ ਲਾਈਆਂ ਨੇ, ਔਰ ਬੱਸਾਂ ਦੇ ਵਿੱਚ ਵੀ ਅਸੀਂ ਆਡੀਓ ਸਿਸਟਮ ਚਲਾ ਰਹੇ ਹਾਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ। ਉਹਦੇ ਵਿੱਚ ਮੇਨ ਸਾਡੀਆਂ ਚੀਜ਼ਾਂ ਵੀ ਸੋਸ਼ਲ ਡਿਸਟੈਂਸਿੰਗ, ਮੂੰਹ 'ਤੇ ਮਾਸਕ ਪਾਉਣਾ ਅਤੇ ਬਾਰ-ਬਾਰ 15-20 ਸੈਕਿੰਡ ਲਈ ਹੱਥ ਧੋਣਾ। ਇਸ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਅਵੇਅਰ ਕਰ ਰਹੇ ਹਾਂ ਤਾਂ ਜੋ ਅਸੀਂ ਜਿਹੜੇ ਇਸ ਕੋਵਿਡ-19 ਦੇ ਖਿਲਾਫ ਅਸੀਂ ਆਪਣਾ ਜਿਹੜਾ ਮਿਸ਼ਨ ਜਿਹੜਾ ਕੰਪਲੀਟ ਕਰ ਸਕੀਏ। ਅਤੇ ਇੱਕ ਹਦਾਇਤ ਇਹ ਵੀ ਦਿੱਤੀ ਗਈ ਸੀ ਕਿ ਜਿਹੜੀ ਵੀ ਸਵਾਰੀ ਬੱਸ ਦੇ ਵਿੱਚ ਚੜ੍ਹੇਗੀ ਉਸ ਦਾ ਪਹਿਲਾਂ ਥਰਮਲ ਟੈਂਪਰੇਚਰ ਜਿਹੜਾ ਹੈ ਇਨਫਰਾਰੈਡ ਥਰਮਾਮੀਟਰ ਦੇ ਨਾਲ ਚੈੱਕ ਕੀਤਾ ਜਾਏਗਾ। ਅੱਜ ਅਸੀਂ ਬੱਸ ਸਟੈਂਡ ਗਏ, ਕੰਡਕਟਰਸ ਨੂੰ ਦੇਖਿਆ, ਕੰਡਕਟਰਸ ਬਿਨਾਂ ਹੀ ਟੈਂਪਰੇਚਰ ਚੈੱਕ ਕੀਤੇ ਟਿਕਟਾਂ ਦੇ ਰਹੇ ਨੇ ਜਾਂ ਫਿਰ ਬਿਨਾਂ ਮਾਸਕ ਤੋਂ ਲੋਕਾਂ ਨੂੰ ਟਿਕਟਾਂ ਜਿਹੜੇ ਕੰਡਕਟਰਸ ਜਿਹੜੇ ਨੇ ਉੱਥੇ ਬੈਠ ਕੇ ਕਾਊਂਟਰਸ ਦੇ ਉੱਤੇ ਬੈਠ ਕੇ, ਇਹ ਨਹੀਂ ਕਿ ਸਾਈਡ 'ਤੇ ਖੜੇ ਹੋ ਕੇ ਕਾਊਂਟਰਸ ਦੇ ਉੱਤੇ ਬੈਠ ਕੇ ਬਿਨਾਂ ਮਾਸਕ ਤੋਂ ਟਿਕਟਾਂ ਦੇ ਰਹੇ ਨੇ। ਇਸ ਦੇ ਉੱਤੇ ਹੁਣ ਤੁਹਾਡੇ ਵੱਲੋਂ ਕੀ ਐਕਸ਼ਨ ਕੀਤਾ ਜਾਏਗਾ? ਸਾਡੇ ਵੱਲੋਂ ਇਹ ਕਲੀਅਰ ਹਦਾਇਤਾਂ ਨੇ ਕਨੈਕਟਰ ਸਟਾਫ ਨੂੰ ਵੀ, ਸਾਡੇ ਸਾਰੇ ਬਾਕੀ ਚੈਕਿੰਗ ਸਟਾਫ ਨੂੰ ਵੀ ਮੂੰਹ 'ਤੇ ਅਗਰ ਮਾਸਕ ਨਹੀਂ ਪਾਇਆ ਤਾਂ ਉਸ ਸਵਾਰੀ ਨੂੰ ਨਹੀਂ ਚੜ੍ਹਾਇਆ ਜਾਊਗਾ, ਨਾ ਹੀ ਉਸ ਨੂੰ ਟਿਕਟ ਦਿੱਤੀ ਜਾਊਗੀ। ਅਤੇ ਇਹਦੇ ਵਿੱਚ ਅਸੀਂ ਆਪਣੇ ਚੈਕਿੰਗ ਸਟਾਫ ਤੋਂ ਵੀ ਅਸੀਂ ਚੈਕਿੰਗ ਕਰਵਾਉਂਦੇ ਹਾਂ। ਅਸੀਂ ਆਪ ਵੀ ਟਾਈਮ ਟੂ ਟਾਈਮ ਬੱਸ ਸਟੈਂਡ 'ਤੇ ਜਾ ਕੇ ਚੈਕਿੰਗ ਕਰਦੇ ਹਾਂ, ਅਫਸਰਾਂ ਵੱਲੋਂ ਵੀ ਕਰਾਈ ਦਿੰਦੇ ਆ। ਅਤੇ ਜੇ ਕੋਈ ਇਸ ਤਰ੍ਹਾਂ ਦੀ ਕੋਈ ਅਣਗਹਿਲੀ ਕਰੂਗਾ
ਤਾਂ ਉਹਦੇ ਖਿਲਾਫ ਐਕਸ਼ਨ ਲਿਆ ਜਾਊਗਾ। ਕਿਉਂਕਿ ਅੱਜ ਆਪਾਂ ਜਦੋਂ ਬੱਸ ਸਟੈਂਡ ਗਏ ਸੀਗੇ ਹੁਣੇ ਥੋੜੀ ਦੇਰ ਪਹਿਲਾਂ ਆਪਾਂ ਬੱਸ ਸਟੈਂਡ ਇੱਕ ਰਿਪੋਰਟ ਕਰਕੇ ਆਏ ਸੀ ਜੋ ਅੱਜ ਹਦਾਇਤਾਂ ਦਿੱਤੀਆਂ ਗਈਆਂ ਨੇ ਕੈਪਟਨ ਸਾਹਿਬ ਵੱਲੋਂ ਲਾਈਵ ਹੋ ਕੇ ਦੱਸਿਆ ਗਿਆ ਸੀਗਾ। ਉਸ ਦੌਰਾਨ ਜਦੋਂ ਆਪਾਂ ਉੱਥੇ ਰਿਪੋਰਟ ਕਰ ਰਹੇ ਸੀ ਤੇ ਇਹ ਚੀਜ਼ ਬਹੁਤ ਇਹ ਅਣਗਹਿਲੀ ਉੱਥੇ ਸਾਨੂੰ ਸਾਫ਼ ਦਿਖੀ ਹੈ ਕਿ ਜਿਹੜੇ ਕੰਡਕਟਰਸ ਉੱਥੇ ਸਨ ਉਹ ਬਿਨਾਂ ਮਾਸਕ ਤੋਂ ਇੱਕ ਲੇਡੀ ਉਹਨੂੰ ਟਿਕਟ ਦੇ ਦਿੱਤੀ, ਨਾ ਉੱਥੇ ਬੈਠ ਕੇ ਟੈਂਪਰੇਚਰ ਚੈੱਕ ਕਰ ਰਹੇ ਨੇ। ਇੱਕ ਕਾਊਂਟਰ ਤੇ ਟੈਂਪਰੇਚਰ ਚੈੱਕ ਹੋ ਰਿਹਾ ਸੀ, ਜਦੋਂ ਉਹਨਾਂ ਨਾਲ ਗੱਲ ਦੂਜੇ ਕਾਊਂਟਰ ਤੇ ਗੱਲ ਕੀਤੀ ਕਿ ਤੁਸੀਂ ਵੀ ਟਿਕਟਾਂ ਵਿਤਰਿਤ ਕਰ ਰਹੇ ਹੋ, ਤੁਹਾਡੇ ਵੱਲੋਂ ਵੀ ਕਿਉਂ ਨਹੀਂ ਚੈੱਕ ਕੀਤਾ ਜਾ ਰਿਹਾ, ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਸਰਕਾਰ ਨੇ ਸਾਨੂੰ ਇਹ ਚੀਜ਼ਾਂ ਪ੍ਰੋਵਾਈਡ ਨਹੀਂ ਕੀਤੀਆਂ, ਸਾਡੀ ਮੈਨੇਜਮੈਂਟ ਨੇ ਸਾਨੂੰ ਚੀਜ਼ਾਂ ਪ੍ਰੋਵਾਈਡ ਨਹੀਂ ਕੀਤੀਆਂ। ਨਹੀਂ, ਅਸੀਂ ਇਹਦੇ ਵਿੱਚ 4 ਥਰਮਾਮੀਟਰ ਅਸੀਂ ਲੈ ਕੇ ਦਿੱਤੇ ਆ ਜੀ ਇਹਨਾਂ ਦੇ, ਜਿਨ੍ਹਾਂ ਨਾਲ ਅਸੀਂ ਸਾਡੀ ਚੈਕਿੰਗ ਚੱਲਦੀ ਪਈ ਆ। ਅਗਰ ਇਸ ਤਰ੍ਹਾਂ ਦੀ ਕੋਈ ਅਣਗਹਿਲੀ ਕਰ ਰਿਹਾ ਤਾਂ ਉਹ ਮੈਂ ਚੈਕਿੰਗ ਕਰਵਾ ਲੈਂਦਾ। ਕਿਉਂਕਿ ਇੱਕ ਕਾਊਂਟਰ ਨਹੀਂ ਹੈ, ਉਹ ਤੇ ਕਾਫੀ ਕਾਊਂਟਰ ਨੇ ਬੱਸਾਂ ਦੇ ਜਿੱਥੇ ਟਿਕਟਾਂ ਰੈਗੂਲਰ ਇੱਕ ਟਾਈਮ ਤੇ ਜਾਂਦੀਆਂ ਨੇ। ਕਿ ਹੁਣ 4 ਥਰਮਾਮੀਟਰ ਜੇ ਤੁਸੀਂ ਲੈ ਕੇ ਦਿੱਤੇ ਨੇ, ਤੁਹਾਨੂੰ ਕੀ ਲੱਗਦਾ ਉਹ ਸਫੀਸ਼ੀਐਂਟ ਨੇ ਕਿ ਉੱਥੇ ਉਹ ਟਿਕਟਾਂ ਵਿਤਰਿਤ ਕਰਦਿਆਂ ਉੱਥੇ ਟੈਂਪਰੇਚਰ ਚੈੱਕ ਕਰ ਲੈਣਗੇ? ਕਿਉਂਕਿ ਕੱਲ੍ਹ ਨੂੰ ਖੁਦਾ ਨਾ ਖਾਸਤਾ ਅਗਰ ਕੋਈ ਇੱਦਾਂ ਦਾ ਮਰੀਜ਼ ਆ ਜਾਂਦਾ ਜਿਹਦਾ ਟੈਂਪਰੇਚਰ ਵੱਧ ਹੋਏਗਾ, ਉਹ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਅਸਰ ਲੈ ਕੇ ਆ ਸਕਦਾ। ਇਸ ਤਰ੍ਹਾਂ ਜੀ ਹਜੇ ਜੋ ਲੋਡ ਫੈਕਟਰ ਹੈ ਨਾ ਸਵਾਰੀ ਦਾ ਬਹੁਤ ਘੱਟ ਹੈ। ਹਜੇ ਸਾਡੇ ਕੋਲੇ ਮੈਕਸੀਮਮ ਜਿਹੜੀਆਂ ਸਾਡੀਆਂ ਬੱਸਾਂ ਨੇ 100 ਦੇ ਕਰੀਬ ਚੱਲਦੀਆਂ, ਸਾਰੇ ਪੰਜਾਬ ਸਰਕਾਰ ਚੱਲਦੀਆਂ। ਔਰ ਜਿਹੜੀਆਂ ਬੱਸਾਂ ਨੇ ਇਹ ਬੜੇ ਅੱਧੇ ਘੰਟੇ ਦੇ ਇੰਟਰਵਲ 'ਤੇ ਚੱਲਦੀਆਂ ਪਈਆਂ ਨੇ, ਕਿਉਂਕਿ 20 ਤੋਂ 25 ਵੱਧ ਸਵਾਰੀ ਅਸੀਂ ਨਹੀਂ ਲੈ ਕੇ ਜਾ ਰਹੇ। ਇਸ ਕਰਕੇ ਉਹ ਸਾਡੀ ਜਿਹੜੀ ਥਰਮਲ ਚੈਕਿੰਗ ਆ ਅਸੀਂ ਇੱਕ ਪੁਆਇੰਟ 'ਤੇ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਗਾਂਹ ਕਾਊਂਟਰ 'ਤੇ ਸਵਾਰੀਆਂ ਜਾਂਦੀਆਂ ਨੇ। ਕਿਉਂਕਿ ਅੱਜ ਜਦੋਂ ਦੇਖਿਆ ਗਿਆ ਤਾਂ ਉੱਥੇ 2 ਕਾਊਂਟਰਸ 'ਤੇ ਇਕੱਠੀਆਂ ਟਿਕਟਾਂ ਦਿੱਤੀਆਂ ਜਾ ਰਹੀਆਂ ਸੀਗੀਆਂ ਤੇ ਇੱਕ ਪਾਸੇ ਚੈਕਿੰਗ ਹੋ ਰਹੀ ਸੀ, ਇੱਕ ਪਾਸੇ ਨਹੀਂ ਹੋ ਰਹੀ ਸੀ। ਨਹੀਂ, ਥਰਮਲ ਚੈਕਿੰਗ ਇੱਕੋ ਪੁਆਇੰਟ 'ਤੇ ਹੁੰਦੀ ਪਈ ਆ। ਥਰਮਲ ਚੈਕਿੰਗ ਇੱਕੋ ਪੁਆਇੰਟ ਤੋਂ ਕਰਾ ਕੇ ਅਸੀਂ ਗਾਂਹ ਜਾ ਕੇ ਫਿਰ ਜਾਣੀ ਕਿ ਜਿਹੜੇ ਆਪਣੇ ਜਿਹੜੇ ਪੈਸੇਂਜਰ ਨੇ ਟਿਕਟ ਲੈਂਦੇ ਨੇ। ਆਪਾਂ ਚੈੱਕ ਕੀਤਾ ਉੱਥੇ ਨਹੀਂ ਹੋ ਰਹੀ ਸੀ, ਉਹ ਲੁਧਿਆਣੇ ਵਾਲਾ ਕਾਊਂਟਰ ਸੀ ਸ਼ਾਇਦ, ਉੱਥੇ ਨਹੀਂ ਹੋ ਰਹੀ ਸੀ। ਕੋਈ ਗੱਲ ਨਹੀਂ, ਮੈਂ ਚੈੱਕ ਕਰਵਾ ਲੈਂਦਾ ਜੀ। ਜੇ ਕੋਈ ਅਣਗਹਿਲੀ ਕਰੂਗਾ ਤਾਂ ਅਸੀਂ ਉਹ 'ਤੇ ਐਕਸ਼ਨ ਲਵਾਂਗੇ। ਬਹੁਤ ਬਹੁਤ ਧੰਨਵਾਦ ਬਾਦਲ ਸਾਹਿਬ। ਸੋ ਇਹ ਸਨ ਪਨਬਸ ਦੇ ਮੈਨੇਜਰ ਨਵਰਾਜ ਬਾਦਲ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਹਾਲੇ ਹਦਾਇਤਾਂ ਰਿਟਨ ਦੇ ਵਿੱਚ ਤਾਂ ਨਹੀਂ ਪਹੁੰਚੀਆਂ, ਬਟ ਕੈਪਟਨ ਸਾਹਿਬ ਨੇ ਜਿਹੜਾ ਲਾਈਵ ਦੇ ਵਿੱਚ ਆਪਣੇ ਕਿਹਾ ਕਿ ਬਹੁਤ ਹੀ ਜਲਦ ਜਿਹੜੀਆਂ ਪੂਰੀਆਂ ਸਵਾਰੀਆਂ ਜਿੰਨੀ ਵੀ ਇੱਕ ਬੱਸ ਦੀ ਸਮਰੱਥਾ ਹੈਗੀ ਉਸ ਦੇ ਹਿਸਾਬ ਨਾਲ ਪੂਰੀਆਂ ਸਵਾਰੀਆਂ ਦੇ ਨਾਲ ਬੱਸਾਂ ਜਿਹੜੀਆਂ ਉਹ ਚਲਾਈਆਂ ਜਾਣਗੀਆਂ। ਤੇ ਜਦੋਂ ਨੋਟੀਫਿਕੇਸ਼ਨ ਰਿਟਨ ਆ ਜਾਏਗਾ ਤਾਂ ਪ੍ਰੋਪਰ ਤਰੀਕੇ ਨਾਲ ਪਤਾ ਲੱਗ ਜਾਏਗਾ ਕਿ ਕਿਸ ਰੂਟ ਦੇ ਉੱਤੇ ਕਿਸ ਹਿਸਾਬ ਨਾਲ ਬੱਸਾਂ ਚੱਲਣਗੀਆਂ। ਤੇ ਨਾਲ ਬਾਦਲ ਸਾਹਿਬ ਨੇ ਇਹ ਵੀ ਕਿਹਾ ਕਿ ਜਿਹੜੇ ਕੰਡਕਟਰ ਜਾਂ ਕੋਈ ਵੀ ਸਟਾਫ ਬੱਸਾਂ ਦੇ ਵਿੱਚ ਸਵਾਰੀਆਂ ਚੜ੍ਹਾਉਣ ਲੱਗਿਆ ਅਣਗਹਿਲੀ ਦਾ ਅਣਗਹਿਲੀ ਕਰੇਗਾ ਜਾਂ ਉਹਦੇ ਵਿੱਚ ਥਰਮਾਮੀਟਰ ਦਾ ਟੈਂਪਰੇਚਰ ਚੈੱਕ ਨਹੀਂ ਕਰੇਗਾ, ਉਸ ਤੇ ਕੜੀ ਕਾਰਵਾਈ ਕੀਤੀ ਜਾਏਗੀ। ਕੈਮਰਾ ਪਰਸਨ ਪਵਨ ਕਨੌਜੀਆ ਦੇ ਨਾਲ ਮੈਂ ਸਾਹਿਲ ਨਰੂਲਾ, ਦੈਨਿਕ ਸਵੇਰਾ ਟੀਵੀ, ਜਲੰਧਰ ਤੋਂ। ਦੁੱਖ ਇਸ ਗੱਲ ਦਾ ਨਹੀਂ ਸੀ ਕਿ ਉਹ ਮੈਨੂੰ ਛੱਡ ਕੇ ਜਾ ਰਹੀ ਸੀ, ਦੁੱਖ ਤਾਂ ਬਸ ਇਸ ਗੱਲ ਦਾ ਸੀ ਕਿ ਇੰਨੇ ਸਾਲਾਂ ਤੋਂ ਆਪਾਂ ਨਾਲ ਸੀ, ਪਰ ਮੈਂ ਕਦੇ ਆਪਣੇ ਦਿਲ ਦੀਆਂ ਗੱਲਾਂ ਨਹੀਂ ਉਹਦੇ ਨਾਲ ਸਾਂਝੀਆਂ ਕਰ ਸਕਿਆ। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।